ਗੁਰੂ ਸਵਾਰੇ ਸਤਸੰਗੀ ਜਨੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਵਿਚਾਰ ਦੇ ਤਹਿਤ ਅਸੀਂ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਵਿਚਾਰਾਂ ਨਾਲ ਜੁੜੇ ਹੋਏ ਹਾਂ ਔਰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਸੁੱਖਾਂ ਦਾ ਮੂਲ ਹੈ ਉਹ ਹੈ ਗੁਰੂ ਦਾ ਗਿਆਨ। ਤੇ ਜੇ ਗੁਰੂ ਦੇ ਗਿਆਨ ਨੂੰ ਆਪਣੇ ਜੀਵਨ ਵਿੱਚ ਲਾਗੂ ਕਰ ਲਈਏ, ਭਾਵ ਸਾਡਾ ਜੀਵਨ ਗੁਰੂ ਦੇ ਗਿਆਨ ਅਨੁਸਾਰ ਗੁਜ਼ਰੇ, ਤੇ ਮਨ ਸਾਡਾ ਟਿਕ ਸਕਦਾ ਹੈ ਔਰ ਇਸ ਸਰੀਰ ਨੂੰ ਸੁੱਖ ਪ੍ਰਦਾਨ ਹੋ ਸਕਦਾ, ਸੁੱਖ ਮਿਲ ਸਕਦਾ ਹੈ। ਹੁਣ ਤੀਸਰੇ ਸ਼ਲੋਕ ਵਿੱਚ ਸਤਿਗੁਰੂ ਜੀ ਨੇ ਸਾਨੂੰ 8 ਪਦਿਆਂ ਸਮਝਾਇਆ ਕਿ ਪਰਮਾਤਮਾ ਪੂਜਣ ਦੀ ਚੀਜ਼ ਨਹੀਂ ਹੈਗੀ, ਪਰਮਾਤਮਾ ਜੀਵਨ ਜਿਉਣ ਦਾ ਢੰਗ ਹੈ। ਪਰਮਾਤਮਾ ਇੱਕ ਨਿਯਮ ਹੈ, ਪਰਮਾਤਮਾ ਗੁਣਾਂ ਦਾ ਖਜ਼ਾਨਾ ਹੈ ਔਰ ਉਹਨਾਂ ਗੁਣਾਂ ਵਿੱਚ ਜੀਵਨ ਨੂੰ ਜਿਉਂ ਕੇ ਸਿਉਣਾ, ਇਸ ਜੀਵਨ ਨੂੰ ਸਫਲ ਕਰਨਾ ਹੈ, ਨਾ ਕਿ ਪੂਜਣਾ ਹੈ। ਹੁਣ ਸਤਿਗੁਰੂ ਜੀ ਵੇਖੋ ਕਹਿੰਦੇ, ਨਿਰਗੁਣ ਆਰੇ ਆਨਿਆ ਸੋ ਪ੍ਰਭ ਸਦਾ ਸਮਾਲ। ਚੌਥੇ ਸ਼ਲੋਕ ਵਿੱਚ ਹੁਣ 8 ਪਦੇ ਦੇ ਨਾਲ ਵੀ ਨੇ। ਸੋ ਪਿਆਰ ਵਾਲਿਓ, ਸ਼ਲੋਕ ਨੂੰ ਸਮਝਣਾ ਪਵੇਗਾ ਤੇ ਫਿਰ 8 ਪਦਿਆਂ ਦੇ ਵਿਚਾਰ ਦੇ ਨਾਲ ਜੁੜਨਾ ਪਵੇਗਾ ਕਿ ਇਹ ਇਆਣੇ ਹੁੰਦਾ ਬੱਚਾ, ਬਚਪਨ ਜਿਹਨੂੰ ਸਮਝ ਨਾ ਹੋਵੇ। ਨਿਰਗੁਣਿਆਰ, ਕਿਉਂਕਿ ਅਸੀਂ ਉਹਨਾਂ ਗੁਣਾਂ ਨਾਲ ਜੁੜਨਾ ਹੈ। ਇਸ ਕਰਕੇ ਸਤਿਗੁਰੂ ਜੀ ਨੇ ਮਨ ਦੀ ਸੰਬੋਧਨ ਮਨ ਨੂੰ ਹੈ। ਸੋ ਸਤਿਗੁਰੂ ਜੀ ਕਹਿੰਦੇ ਨੇ ਉਹ ਪ੍ਰਭ ਸਦਾ ਸੰਭਾਲ। ਪਰਮਾਤਮਾ ਦੀ ਸਦਾ ਸੰਭਾਲ ਕਿਵੇਂ ਕੀਤੀ ਜਾ ਸਕਦੀ? ਪਰਮਾਤਮਾ ਤੇ ਗੁਣ ਨੇ ਤੇ ਅਸੀਂ ਨਿਰਗੁਣੇ ਆ ਰਹੇ ਹਾਂ। ਇਆਣਪ ਹੈ ਸਾਡੇ ਅੰਦਰ ਔਰ ਸਿਆਣਪ ਲਈ ਸਾਨੂੰ ਪਰਮਾਤਮਾ ਦੇ ਗੁਣਾਂ ਨੂੰ, ਪਰਮਾਤਮਾ ਦੇ ਸਿਧਾਂਤ ਨੂੰ, ਇੱਕ ਨਿਯਮ ਪਰਮਾਤਮਾ ਨੇ ਮਨੁੱਖ ਲਈ ਬਣ ਦਿੱਤਾ ਹੈ, ਉਸ ਨਿਯਮ ਨੂੰ ਸਮਝਣਾ ਪਵੇਗਾ ਔਰ ਉਹਦੀ ਸੰਭਾਲ ਕਰਨੀ ਪਵੇਗੀ। ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਭੇ ਨਾਲ। ਜਿਸ ਪਰਮਾਤਮਾ ਦੇ ਸਿਧਾਂਤ ਵਿੱਚ ਇਨਸਾਨ ਦਾ ਜਨਮ ਹੋਇਆ, ਉਸ ਸਿਧਾਂਤ ਨੂੰ ਕਦੇ ਨਹੀਂ ਭੁੱਲਣਾ। ਚੀਤ ਰੱਖ, ਚਿੱਤ ਵਿੱਚ ਹਮੇਸ਼ਾ ਚੇਤਨਾ ਸ਼ਕਤੀ ਵਿੱਚ ਯਾਦ ਰੱਖਣਾ ਹੈ। ਨਾਨਕ ਸਾਹਿਬ ਜੀ ਕਹਿੰਦੇ ਇਹ ਤੇਰੇ ਨਾਲ ਨਹੀਂ ਬਣੇ ਨੇ ਚੰਗੇ ਗਾਉਣੇ। ਹੁਣ ਵੇਖੋ, ਪਹਿਲੇ ਪਦੇ ਵਿੱਚ ਹੀ ਸਤਿਗੁਰੂ ਜੀ ਸਾਨੂੰ ਕਹਿ ਰਹੇ, ਰਮਈਆ ਕੇ ਗੁਣ ਚੇਤ ਪ੍ਰਾਣੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਣੀ। ਰਮਈਆ, ਰਮੇ ਹੋਏ ਉਹਨਾਂ ਗੁਣਾਂ ਨੂੰ, ਉਹ ਜਿਹੜੇ ਗੁਣ ਤੇਰੇ ਹਿਰਦੇ ਵਿੱਚ ਰਮੇ ਹੋਏ ਨੇ, ਸਾਰੇ ਸੰਸਾਰ ਵਿੱਚ ਸਾਰਿਆਂ ਲਈ ਇੱਕ ਬਰਾਬਰ ਨੇ। ਚੇਤ ਪ੍ਰਾਣੀ, ਜੇ ਤੂੰ ਚੇਤਨਾ ਸ਼ਕਤੀ ਰੱਖੇ, ਜਿਹਦੀ ਚੇਤਨਾ ਸ਼ਕਤੀ ਵਿੱਚ ਤੈਨੂੰ ਪਰਮਾਤਮਾ ਦੀ ਸ਼ਰਧਾ ਯਾਦ ਰਵੇ, ਜਿਸ ਪਰਮਾਤਮਾ ਦੇ ਨਿਯਮ ਦੇ ਤਹਿਤ ਤੇਰੇ ਸਵਾਸ ਚੱਲ ਰਹੇ ਨੇ, ਪ੍ਰਾਣ, ਜੇ ਪ੍ਰਾਣ ਚੱਲ ਰਹੇ ਨੇ ਤੇ ਪ੍ਰਾਣੀ, ਜੇ ਪ੍ਰਾਣੀ ਨਹੀਂ ਖਤਮ ਹੋ ਗਏ ਫਿਰ ਤੇ 5 ਤੱਤ 5 ਤੱਤਾਂ 'ਚ ਮਿਲ ਜਾਣੇ ਨੇ। ਪਰ ਸਤਿਗੁਰੂ ਜੀ ਦੇ ਕਵਨ ਮੂਲ, ਤੇਰਾ ਮੂਲ ਕੀ ਹੈ ਤੇ ਕਵਨ ਦ੍ਰਿਸ਼ਟਾਣੀ, ਤੇ ਤੂੰ ਦੇਖ ਕੀ ਰਿਹਾ? ਤੇਰਾ ਮੂਲ ਹੈ ਤੇਰੇ ਹਿਰਦੇ ਵਿੱਚ ਪਿਆ ਹੋਇਆ, ਪਰ ਤੂੰ ਅੱਖਾਂ ਨਾਲ ਦੇਖ ਕੇ ਅੱਜ ਉਹੀ ਕੁਝ ਹੋ ਰਿਹਾ। ਇਨਸਾਨ ਦੇਖੋ ਦੇਖੀ ਜੋ ਬਾਹਰ ਦੀ ਚੀਜ਼ਾਂ ਨੂੰ ਵੇਖ ਰਿਹਾ, ਉਸ ਨੂੰ ਆਪਣੇ ਸਰੀਰ ਵਿੱਚ ਲਾਗੂ ਕਰ ਰਿਹਾ, ਸਰੀਰ ਨਾਲ ਹੰਢਾ ਰਿਹਾ। ਤੇ ਸਤਿਗੁਰੂ ਜੀ ਕਹਿੰਦੇ ਨੇ ਤੇਰਾ ਮੂਲ ਕਿਹੜਾ ਹੈ? ਜੇ ਤੂੰ ਰਮਈਆ ਦੇ ਉਸ ਰਮੇ ਹੋਏ ਗੁਣਾਂ ਨੂੰ ਯਾਦ ਕਰ ਲਵੇਂ, ਸਿਧਾਂਤ ਨੂੰ ਸਮਝ ਲਵੇਂ, ਤੇ ਤੈਨੂੰ ਪਤਾ ਲੱਗ ਜਾਏਗਾ ਕਿ ਮੇਰਾ ਮੂਲ ਕਿਹੜਾ ਹੈ ਤੇ ਮੈਂ ਅੱਖਾਂ ਨਾਲ ਕੀ ਵੇਖਣਾ ਹੈ। ਜਿੰਤੂ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ। ਜਿਸ ਨਿਯਮ ਦੇ ਤਹਿਤ ਸਾਡੇ ਇਸ ਸਰੀਰ ਦੀ ਸਾਜਨਾ ਹੋਈ, ਵੇਖੋ ਮਾਤਾ ਪਿਤਾ ਦੇ ਬਿੰਦ ਤੋਂ ਜਨਮ ਹੋਇਆ, ਫਿਰ ਪਰਮਾਤਮਾ ਦੇ ਸਿਧਾਂਤ ਵਿੱਚ ਅਸੀਂ ਵੱਡੇ ਹੋਏ, ਤੇ ਜਿਵੇਂ ਗਰਭ ਦੀ ਜਠਨ ਅਗਨੀ ਵਿੱਚ ਉਸ ਪਰਮਾਤਮਾ ਦੇ ਸਿਧਾਂਤ ਵਿੱਚ ਸਾਡੀ ਰੱਖਿਆ ਹੋਈ, ਹੁਣ ਤੈਸੀ ਬਾਹਰ ਮਾਇਆ, ਉਵੇਂ ਹੀ ਉਹ ਅੱਗ ਦੀ ਤਰ੍ਹਾਂ ਹੈ ਇਹ ਸੰਸਾਰ ਦੀ ਅਗਿਆਨਤਾ। ਸਾਡੇ ਲਈ ਅੱਗ ਹੈ, ਤਪਸ ਹੈ, ਜੀਓ ਤਪਸ ਹੈ ਬਾਰੋ ਬਾਰ।
ਤਪ ਰਿਹਾ। ਜੀਉ ਤਪਤ ਦਾ ਮਤਲਬ ਕੀ ਹੁੰਦਾ? ਜੀਵ ਸਾਡਾ ਮਨ ਤਪ ਰਿਹਾ ਹੈ, ਵਿਸ਼ੇ ਵਿਕਾਰਾਂ ਵਿੱਚ ਪੁੱਜ ਰਿਹਾ ਹੈ। ਸੋ ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਪਰਮਾਤਮਾ ਨੇ ਨਿਯਮ ਵਿੱਚ, ਪਰਮਾਤਮਾ ਦੇ ਸਿਧਾਂਤ ਵਿੱਚ, ਜਠਰ ਦੀ ਅਗਨੀ ਵਿੱਚ ਤੇਰੀ ਰੱਖਿਆ ਹੋਈ। ਜੇ ਤੂੰ ਪਰਮਾਤਮਾ ਦੇ ਨਿਯਮ ਅਨੁਸਾਰ ਜੀਵਨ ਗੁਜ਼ਾਰੇ ਤੇ ਇੱਥੇ ਵੀ ਅਗਿਆਨਤਾ ਵਿੱਚ ਤੈਨੂੰ ਗਿਆਨ ਪ੍ਰਾਪਤ ਹੋ ਸਕਦਾ ਹੈ। ਉਸ ਗਿਆਨ ਨੂੰ ਆਪਣਾ ਆਧਾਰ ਬਣਾ, ਅਗਿਆਨਤਾ ਨੂੰ ਛੱਡ ਦੇ। ਬਾਰ ਬਵਸਥਾ ਤੁਝੇ ਪਿਆਰੈ ਦੂਧ, ਪਰ ਜੋ ਬਣ ਭੋਜਨ ਸੁਖ ਸੂਦ। ਆ ਸਾਰੀ ਸਿਧਾਂਤ ਦੀ ਗੱਲ ਹੋ ਰਹੀ ਹੈ ਕਿ ਜਿਵੇਂ ਤੇਰਾ ਜਨਮ ਹੋਇਆ, ਮਾਤਾ ਦਾ ਦੁੱਧ ਪਰਮਾਤਮਾ ਦੇ ਸਿਧਾਂਤ ਵਿੱਚ ਹੈ। ਪਰਮਾਤਮਾ ਨੇ ਇੱਕ ਨਿਯਮ ਬੰਨਿਆ ਹੈ, ਇੱਕ ਮਰਿਆਦਾ ਬੰਨੀ ਹੈ ਜੀਵਨ ਦੀ। ਤੇ ਕਹਿੰਦੇ ਫਿਰ ਜਿਵੇਂ ਤੇਰੇ ਤੇ ਜੋਬਨ ਆ ਗਿਆ, ਭੋਜਨ ਸੁਖ ਸੂਦ, ਸ਼ੁੱਧ ਭੋਜਨ, ਚੰਗਾ ਭੋਜਨ ਕਰਨਾ ਸੀ ਪਿਆਰ ਵਾਲਿਆ। ਤੂੰ ਚੰਗਾ ਭੋਜਨ ਸੀ, ਪਰ ਰਮਈਆ ਕੇ ਗੁਣ, ਰਮੇ ਹੋਏ ਗੁਣਾਂ ਨੂੰ, ਉਹ ਜਿਹੜੇ ਗੁਣ ਤੇਰੇ ਹਿਰਦੇ ਵਿੱਚ ਹੀ ਪਏ ਹੋਏ ਨੇ, ਉਹਨਾਂ ਗੁਣਾਂ ਦੇ ਅਨੁਸਾਰ। ਬਿਰਦ ਪਿਆ ਉੱਪਰ ਸਾਕ ਸੈਨ। ਬਿਰਦ, ਹੁਣ ਇੱਥੇ ਦੋਵੇਂ ਗੱਲਾਂ ਲੈ ਲੈਣੀਆਂ। ਮਨ ਦੀ ਗੱਲ ਹੈ ਨਾ, ਮਨ ਕਦੋਂ ਬਿਰਦ ਹੁੰਦਾ ਹੈ? ਜਦੋਂ ਚੰਗੇ ਗੁਣਾਂ ਤੋਂ ਟੁੱਟ ਜਾਂਦਾ ਹੈ। ਹੁਣ ਉੱਪਰ ਸਾਕ ਸੈਨ ਕਹਿੰਦੇ ਦਿਮਾਗ ਦੇ ਵਿੱਚ ਸੋਚ ਕਿ ਤੇਰੇ ਸੈਨ ਸੰਬੰਧੀ ਚੰਗੇ, ਤੇਰੇ ਸਾਕ ਸੰਬੰਧੀ ਕਿਹੜੇ ਨੇ। ਉਹਨਾਂ ਸਾਕ ਸੰਬੰਧੀਆਂ ਨੂੰ ਯਾਦ ਕਰ, ਆਪਣੀ ਚੇਤਨਾ ਸ਼ਕਤੀ ਵਿੱਚ ਲਿਆ। ਮੁਖ ਪਿਆਓ ਬੈਠ ਕੋ ਦੇਣ। ਪਿਆਓ ਹੁੰਦਾ ਚੰਗਾ ਭੋਜਨ, ਤੇ ਮੁਖ ਇਸ ਜੀ। ਵੇਖੋ ਸਾਡੇ ਕਹੇ ਹੋਏ ਬੋਲ ਕਿਸੇ ਨੂੰ ਇੰਪ੍ਰੈਸ ਵੀ ਕਰ ਸਕਦੇ ਨੇ। ਸਾਡੇ ਕਹੇ ਹੋਏ ਬੋਲ ਸਾਡੇ ਦੋਵਾਂ ਵਿੱਚ ਲੜਾਈ ਵੀ ਪਵਾ ਸਕਦੇ ਨੇ। ਸੋ ਇਹ ਜੀਵਨ ਜਿਉਣ ਦੇ ਢੰਗ ਦੀ ਗੱਲ ਹੋ ਰਹੀ ਹੈ, ਮਨ ਤੋਂ ਸ਼ੁਰੂ ਹੋ ਕੇ। ਸੋ ਸਤਿਗੁਰੂ ਜੀ ਕਹਿੰਦੇ ਨੇ ਜਦੋਂ ਤੇਰੇ ਅੰਦਰ ਵਿਸ਼ੇ ਵਿਕਾਰਾਂ ਦਾ ਬੁਢਾਪਾ ਆਵੇ ਤੇ ਆਪਣੇ ਇਸ ਦਿਮਾਗ ਤੋਂ ਕੰਮ ਲੈ ਕਿ ਮੈਂ ਬੈਠ ਕੋ ਦੇਣ, ਇਸ ਸਰੀਰ ਨੂੰ ਕਿਹੜੀ ਦੇਣ ਦੇਣੀ? ਸਰੀਰ ਦੇ ਨਾਲ ਲੋਕਾਂ ਨੂੰ ਦੁੱਖ ਦੇਣਾ ਹੈ ਤੇ ਆਪ ਵੀ ਦੁੱਖ ਚੱਲਣਾ, ਜਾਂ ਮੈਂ ਵੀ ਸੁੱਖ ਪ੍ਰਾਪਤ ਕਰਨਾ ਹੈ ਤੇ ਦੂਸਰੇ ਵੀ ਮੇਰੇ ਤੋਂ ਦੁਖੀ ਨਾ ਹੋਣ। ਇਹ ਹੈ ਗੁਣ। ਇਹ ਨਿਰਗੁਣ ਗੁਣ ਕਛੂ ਨ ਬੂਝੈ, ਬਖਸ਼ ਲੈ ਤੋ ਨਾਨਕ ਸੀਛੈ। ਵੇਖੋ ਸਤਿਗੁਰੂ ਜੀ ਨੇ ਲਾਸਟ ਵਿੱਚ ਨਾਨਕ ਸਾਹਿਬ ਜੀ ਦੀ ਸੋਚ ਕਹਿੰਦੇ ਤੈਨੂੰ ਸਮਝ ਮਿਲ ਸਕਦੀ ਏ ਜੇ ਤੂੰ ਉਸ ਪਰਮਾਤਮਾ ਦੀ ਬਖਸ਼ਿਸ਼ ਲੈ ਲਵੇਂ। ਪਰਮਾਤਮਾ ਦੀ ਬਖਸ਼ਿਸ਼ ਕੀ ਹੈ? ਰਮਈਆ ਕੇ ਗੁਣ, ਰਮੇ ਹੋਏ ਗੁਣ, ਉਹ ਜਿਹੜੇ ਸਿਧਾਂਤ ਹੈ, ਪਰਮਾਤਮਾ ਦਾ ਨਿਯਮ ਹੈ। ਕਹਿੰਦੇ ਇਹ ਸਰੀਰ ਦੇ ਨਾਲ ਜੁੜੇਗਾ, ਸਰੀਰ ਦੇ ਸੁੱਖ ਤੇ ਨਿਰਗੁਣ ਰਹੇਗਾ। ਗੁਣ ਕਛੂ ਨਾ ਬੂਝੈ, ਗੁਣਾਂ ਨੂੰ ਸਮਝ ਤੇ ਗੁਣਾਂ ਦੀ ਸੂਝ ਤੈਨੂੰ ਨਹੀਂ ਮਿਲ ਸਕਦੀ ਜੇ ਤੂੰ ਇਸ ਸਰੀਰ ਦੇ ਸੁੱਖ ਲਈ ਜੁੜਿਆ ਰਵੇਂਗਾ ਨਾ, ਵੀ ਮੇਰਾ ਭਲਾ ਹੋ ਜਾਵੇ, ਬਾਕੀ ਮੈਨੂੰ ਕਿਸੇ ਦੀ ਪਰਵਾਹ ਨਹੀਂ। ਤੇ ਨਾਲੇ ਅਰਦਾਸਾਂ ਵੀ ਕਰੀ ਜਾਂਦੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਣੇ ਸਰਬੱਤ ਦਾ ਭਲਾ। ਪਰ ਕਹਿਣ ਦੇ ਬਾਵਜੂਦ ਮਨ ਮੇਰਾ ਕਹਿ ਰਿਹਾ ਕਿ ਮੇਰਾ ਭਲਾ ਹੋ ਜਾਵੇ, ਦੂਜੇ ਦੀ ਮੈਨੂੰ ਕੋਈ ਫਿਕਰ ਨਹੀਂ। ਸੋ ਸਤਿਗੁਰੂ ਜੀ ਕਹਿੰਦੇ ਨੇ ਗੁਣਾਂ ਦੀ ਸਮਝ ਕਰ ਪਿਆਰ ਵਾਲਿਓ। ਪਰਮਾਤਮਾ ਦੇ ਸਿਧਾਂਤ ਵਿੱਚ ਤੇਰਾ ਜਨਮ ਹੋਇਆ ਹੈ। ਪਰਮਾਤਮਾ ਨੇ ਇੱਕ ਨਿਯਮ ਬੰਨਿਆ ਹੈ ਮਨੁੱਖ ਲਈ, ਮਨੁੱਖਤਾ। ਆਪਣੀ ਉਸ ਮਨੁੱਖਤਾ ਨੂੰ ਯਾਦ ਰੱਖ ਤੇ ਉਹ ਮਨੁੱਖਤਾ, ਜਿਵੇਂ ਹੀ ਤੂੰ ਉਸ ਮਨੁੱਖੀ ਜੀਵਨ ਮਨੁੱਖਤਾ ਨੂੰ ਯਾਦ ਕਰੇਂਗਾ ਤੇ ਤੈਨੂੰ ਉਸ ਪਰਮਾਤਮਾ ਦੇ ਰਮੇ ਹੋਏ ਗੁਣਾਂ ਦੀ ਯਾਦ ਮਿਲ ਜਾਵੇਗੀ। ਉਹ ਗੁਣ ਤੇਰੇ ਲਈ ਸਤਿਗੁਰੂ ਜੀ ਨੇ ਵੇਖੋ ਸਾਫ਼ ਕਹਿ ਦਿੱਤਾ ਹੈ ਨਿਭਹੀ ਨਾਲ ਸਲੋਕ ਦੇ ਉੱਤੇ। ਪਹਿਲਾਂ ਹੀ ਸਤਿਗੁਰੂ ਜੀ ਨੇ ਕਹਿ ਦਿੱਤਾ ਨਾ, ਇਹ ਸਾਰੇ ਗੁਣ ਤੇਰੇ ਨਾਲ ਨਿਭਣ ਵਾਲੇ ਨੇ। ਤੇਰੇ ਮਨ ਦੀ ਕਿਤੇ ਹਾਰ ਨਹੀਂ ਹੋਵੇਗੀ, ਤੇਰੇ ਮਨ ਨੂੰ ਕਦੀ ਜਲਸ ਨਹੀਂ ਮਿਲੇਗੀ। ਸੋ ਪਿਆਰ ਵਾਲਿਓ, ਕੱਲ੍ਹ ਦੂਸਰੇ ਸਲੋਕ ਦੇ ਵਿਚਾਰ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਮਾਫ ਕਰਨਾ, ਦੂਸਰੇ ਪਦੇ ਨੂੰ। ਚੌਥੇ ਸਲੋਕ ਦੇ ਅੱਜ ਪਹਿਲੇ ਪਦੇ ਵਿੱਚ ਸਤਿਗੁਰੂ ਜੀ ਨੇ ਪਰਮਾਤਮਾ ਦੇ ਸਿਧਾਂਤ ਦੀ, ਨਿਯਮ ਦੀ ਗੱਲ ਕੀਤੀ ਹੈ
ਔਰ ਉਸੇ ਨਿਯਮ ਨੂੰ ਅਸੀਂ ਆਪਣੇ ਜੀਵਨ ਦਾ ਆਧਾਰ ਬਣਾਉਣਾ ਹੈ, ਆਸਰਾ ਬਣਾਉਣਾ ਹੈ ਔਰ ਉਸ ਪਰਮਾਤਮਾ ਦੀ ਬਖਸ਼ਿਸ਼ ਨਾਲ ਜੁੜਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ